खालसा वाहिगुरू जी की फतेह। सोही महला पंजवा। उमक्यो हियो दल प्रवताए ओदत चलो देखे देखो प्रे जाए चमत संदेश रो प्रे सेद विछाई भ्रम भ्रम आयो और नजर न पाए। वाहिगुरू जी का खालसा वाहिगुरू जी की फतेह। श्री वाहिगुरू साहिब जी। सतनाम श्री वाहिगुरू जी। ज्ञान ध्यान किश कर्म न जाना, नाहे न निर्मल करनी। साध संगत के अंचल लावो, बिकम नदी जाए तरने। चवर शतर तखत मालक श्री गुरु ग्रंथ साहिब महाराज जी की पवित्र हाजरा हजूरी गोद अंदर सज करके बैठे समूह सतसंगी जाना बहुत वडभागे हाँ। तो सतगुरु गरीब निवास सच्चे पातशाह महाराज जी के पवित्र चरण कमलों दे विच जुड़ करके अमृत वेले के पावन निवान दियां हाजरियां भर रहे हैं। लड़ीवार श्री गुरु ग्रंथ साहिब महाराज जी की पवित्र बाणी की जो विचार तुखारी राग के 12वां की विचार प्रारंभ हुई है। बड़े प्यार दे नाल मन बिरतियां नूं एकागर करके सतगुरु गरीब निवास सच्चे पातशाह जी के पावन चरणों में जुड़ करके अमृत बाणी के विचार को श्रवण करना करिए। वैसाख भला साखा वेश करे, सतगुरु श्री गुरु नानक देव महाराज सच्चे पातशाह जी की अमृत बाणी तुखारी राग के 12वां सतगुरु सच्चे पातशाह जी इस पवित्र बाणी दे विच बख्शिश करते हैं। वैसाख भला साखा वेश करे। जिस वेले वैसाख का महीना आरंभ होता है तो वृक्षां दियां साखां टाहणियां भला वेश करदियां पाप प्रफुल्लित होंदियां हन। विसाख के महीने जिहड़ियां रुखां दियां टाहणियां ने वो प्रफुल्लित होंदियां ने। ऐसी सुंदर बहार दे आउण करके, क्योंकि रुत बदलती है जदों बहार बदलती है। तो विसाख के महीने महाराज सच्चे पातशाह कृपा करते हैं कि गुरु साहब जी विसाख के महीने द्वारा ये सानू बख्शिश करते हैं कि वेदां दियां जो साखां हन उन्हां द्वारे जिग्यासू सिमरन रूपी भला वेश करता है। गुरबाणी के आधार पर जो जीव गुरबाणी पढ़ता है, गुरु की सखियात धारण करता है, तो महाराज कहते फिर जीव रूपी इस्त्री दे विच भी ये भला वेश करन दा समा
ਵੇਸ, ਵਿਸਾਖ ਭਲਾ ਸਾਖਾ ਵੇਸ ਕਰੇ। ਇਸ ਮਹੀਨੇ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੇ ਸਿੱਖਾਂ ਨੂੰ, ਉਹਨਾਂ ਨੇ ਵੀ ਇਹ ਵੇਸ ਕਰਨ ਦਾ ਇਹੀ ਮਹੀਨਾ ਚੁਣਿਆ ਸੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਹੀ ਮਹੀਨਾ ਸੰਗਰਾਂਦ ਦਾ ਦਿਨ ਚੁਣਿਆ, ਆਪ ਦੇ ਸਿੱਖਾਂ ਨੂੰ ਨਵਾਂ ਵੇਸ ਬਖਸ਼ਿਆ, ਨਵੀਂ ਰੁੱਤ ਬਖਸ਼ੀ, ਨਵੀਂ ਬਹਾਰ ਬਖਸ਼ੀ। ਕਿਉਂਕਿ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਗੁਰੂ ਧਾਰਨਾ ਦੀ ਮਰਿਆਦਾ ਤਾਂ ਉਦੋਂ ਵੀ ਚੱਲਦੀ ਸੀ, ਪਰ ਉਦੋਂ ਸੱਜੇ ਪੈਰ ਦਾ ਅੰਗੂਠਾ ਜਲ ਵਿੱਚ ਪਾ ਕੇ ਤੇ ਉਹ ਜਲ ਛਕਾਇਆ ਜਾਣਾ ਤੇ ਫਿਰ ਗੁਰੂ ਧਾਰਨ ਦੀ ਮਰਿਆਦਾ ਹੋਣੀ। ਪਰ ਜਦੋਂ ਵਿਸਾਖ ਦੀ ਇਹ ਸੰਗਰਾਂਦ ਵਿਸਾਖੀ ਵਾਲਾ ਦਿਨ ਆਇਆ, 1699 ਦਾ ਸਮਾਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਦੋਂ ਫਿਰ ਆਪ ਦੇ ਸਿੱਖਾਂ ਨੂੰ ਇਹ ਨਵਾਂ ਵੇਸ ਬਖਸ਼ਿਆ। ਮਹਾਰਾਜ ਕਹਿੰਦੇ ਵਿਸਾਖ ਭਲਾ ਸਾਖਾ ਵੇਸ ਕਰੇ, ਕਿ ਜੀਵ ਰੂਪ ਇਸਤਰੀ ਗੁਰੂ ਸਾਹਿਬ ਜੀ ਵਿਸਾਖ ਦੇ ਮਹੀਨੇ ਵਿੱਚ ਕਿਰਪਾ ਕਰਦੇ ਆ ਕਿ ਵੇਦਾਂ ਦੀਆਂ ਜੋ ਸਾਖਾਂ ਹਨ, ਬਾਣੀ ਦੀ ਜੋ ਬਖਸ਼ਿਸ਼ ਹੈ, ਬਾਣੀ ਪੜ੍ਹਨ ਦੇ ਨਾਲ, ਵੇਦਾਂ ਦੀਆਂ ਸਾਖਾਂ ਦੇ ਨਾਲ, ਜਾਂ ਗੁਰੂ ਸਾਹਿਬ ਜੀ ਦੀ ਸਖਿਆਤ ਪੜ੍ਹਨ ਸੁਣਨ ਦੇ ਨਾਲ ਜਗਿਆਸੂ ਵਿੱਚ ਭਜਨ ਸਿਮਰਨ ਰੂਪੀ ਭਲਾ ਵੇਸ ਕਰਦਾ ਹੈ। ਉਹ ਜੀਵ ਵੇਦ ਪ੍ਰਤੀਪਾਦਿਆ ਸਾਖ ਤਤ ਮਿਥਿਆ ਦਾ ਵਿਵੇਚਨ, ਸੋ ਕਹੀਏ ਵਿਸਾਖ ਤਾਂ ਮਹਿ ਸੰਤਰ ਸਾਲ, ਬਾਗ ਸੰਸਾਰ ਰੂਪ ਜੰਗਲ ਵਿੱਚ ਧਰਮ ਰੂਪ ਫੁੱਲਾਂ ਕਰਕੇ ਪ੍ਰਫੁੱਲਤ ਤਿੰਨ ਸੰਬੰਧੀ ਜੋ ਵੇਦ ਸਾਖਾਂ ਹਨ, ਉਹਨਾਂ ਦੁਆਰੇ ਜਗਿਆਸੂ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਭਲਾ ਵੇਸ ਕਰਦਾ ਹੈ। ਸਮਝੋ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿਵੇਂ ਰੁੱਖਾਂ ਦੀਆਂ ਟਾਹਣੀਆਂ ਪ੍ਰਫੁੱਲਤ ਹੁੰਦੀਆਂ ਨੇ, ਉਹਨਾਂ ਨਵੇਂ ਫੁੱਲ ਚੜ੍ਹਦੇ ਨੇ, ਇਸੇ ਤਰ੍ਹਾਂ ਜਦੋਂ ਜੀਵ ਗਿਆਨ ਰੂਪੀ ਜੀਵ ਨੂੰ ਗਿਆਨ ਪ੍ਰਫੁੱਲਤ ਹੁੰਦਾ ਹੈ, ਗਿਆਨ ਉਹਦੇ ਅੰਦਰ ਵਸਦਾ ਹੈ ਤੇ ਉਹ ਭਲਾ ਵੇਸ ਕਰਦਾ ਹੈ। ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਭਾਵ ਸਾਧਨਾ ਦੇ ਸੰਯੁਕਤ ਹੁੰਦਾ ਹੈ, ਸਾਧਨਾ ਕਰਦਾ ਹੈ, ਭਲਾ ਵੇਸ ਹੁੰਦਾ ਹੈ। ਤੇ ਇਸੇ ਵਿੱਚ ਹੀ ਮਹਾਰਾਜ ਜੀ ਨੇ ਭਲਾ ਵੇਸ ਬਖਸ਼ਿਆ ਗੁਰਸਿੱਖ ਨੂੰ। ਜਿੱਥੇ ਬਾਣੀ ਪੜ੍ਹਦਾ ਸੀ ਉੱਥੇ ਬਾਣਾ ਵੀ ਬਖਸ਼ਿਆ। ਉੱਥੇ ਮਹਾਰਾਜ ਨੇ ਇਸ ਮਹੀਨੇ ਦੇ ਵਿੱਚ ਹੀ ਸਾਨੂੰ ਖਾਲਸੇ ਨੂੰ ਤਿਆਰ ਰਹਿਣ ਦਾ ਬਾਣਾ ਬਖਸ਼ਿਆ। ਇੱਥੋਂ ਤੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਦਾ ਰੂਪ ਵੀ ਬਖਸ਼ਿਆ ਖਾਲਸੇ ਨੂੰ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਮਹੀਨੇ ਦੇ ਵਿੱਚ ਹੀ ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ, ਵਿਸਾਖ ਭਲਾ ਸਾਖਾ ਵੇਸ ਕਰੇ। ਤੇ ਇਹ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਅੱਗੇ ਕਿਰਪਾ ਕਰਦੇ ਹਨ। ਧੰਨ ਦੇਖੈ ਹਰ ਦੁਆਰ, ਆਵੋ ਦਇਆ ਕਰੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਦੇ ਨੇ ਕਿ ਜੀਵ ਰੂਪੀ ਇਸਤਰੀ ਆਪਣੇ ਘਰ ਦੇ ਬਾਹਰ ਬੂਹੇ ਵਿੱਚ ਖੜੀ ਹੋਈ ਆਪਣੇ ਹਰੀ ਪਰਮੇਸ਼ਰ ਪਤੀ ਨੂੰ ਵੇਖਦੀ ਹੈ ਤੇ ਬੇਨਤੀਆਂ ਕਰਦੀ ਹੈ ਕਿ हे ਪਤੀ ਦੇਵ, ਦਇਆ ਦ੍ਰਿਸ਼ਟੀ ਕਰਕੇ ਘਰ ਵਿੱਚ ਆ ਕੇ ਪ੍ਰਾਪਤ ਹੋ, ਘਰ ਵਿੱਚ ਆ ਕੇ ਪ੍ਰਾਪਤ ਹੋ। ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੈ ਉਸਾਸਾ, ਔਰ ਨਾ ਭਿੱਜੇ ਪਗ ਨਾ ਕਿਸੇ, ਹਰ ਦਰਸ਼ਨ ਕੀ ਆਸਾ। ਪੰਥ ਨਿਹਾਰੇ ਰਸਤੇ ਵਿੱਚ ਖੜੀ ਹੋਈਆਂ, ਲੋਚਨ ਭਰੀ ਲੈ ਉਸਾਸਾ, ਅੱਖਾਂ ਦੇ ਵਿੱਚ ਨੀਰ ਭਰਿਆ ਹੋਇਆ। ਮਹਾਰਾਜ ਤੁਹਾਡੀ ਉਡੀਕ ਵਿੱਚ, ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਦੀ ਉਡੀਕ ਵਿੱਚ
उर ना भीजै पग ना खिसै। गला जिहड़ा है विराग नाल भरिया होया ते पैर हुण पिछां नूं नहीं जांदा। हुण ओह परमेश्वर पति परमेश्वर दे प्यार विच ओहदे विछोड़े विच हुण ओहदे वल नूं खिच पैंदी है। उर ना भीजै पग ना खिसै हर दर्शन की आसा। उडो ना काका गारे बेग मलीजे अपने राम प्यारे। हुण मेरे अंदरों आस लगी हुई है परमेश्वर वाहिगुरू कृपा कर मैनू मेरे हिरदे रूपी छेजा ते आन के दर्शन देना कर। धन देखै हर द्वार परसों भी बेनती की सी धन दे अर्थ कि धन दे अर्थ इस्त्री भी है माया भी है। ते इत्थे महाराज जीव रूपी इस्त्री ने अर्थ करते ने धन देखे हर द्वार कि जीव रूपी इस्त्री दरवाजे पे खड़ी होके अपने पति परमेश्वर की उड़ीक करती है कि महाराज हे वाहिगुरू परमेश्वर मेरे हिरदे रूपी छेजा ते आन की आसन लाउणा करो। ये जीव रूपी इस्त्री आखदी है हरी मैं आप जी दे सत संगत रूप दरवाजे ते स्थित होके आप जी नूं वेख रही है। अब एक दरवाजा है सत संगत रूपी दरवाजे पे बैठ करके तुहाडी उड़ीक कर रही है। आप जी की आस रखी हुई है। आप दया दृष्टि करके अंतःकरण रूपी घर विच आके सख्यालकार हो। मेरे हिरदे दे विच सख्यालकार हो। इस हिरदे रूपी छेजा ध्यान के आसन लाउणा करो। कर आओ प्यारे दुतर तारे तुद बिन अड न मुलो। हे प्यारे पति जियो घर विच आओ आके मैनू दुतर तारे। मेरिया जिहड़ियां मुश्किलां ने ना मेरिया जिहड़ियां मुश्किलां उन्हां तो मैनू तारना करो। आप जी तो बिना मेरा कोई कौडी मुल भी नहीं है। हे प्यारे पति मेरे अंते रूपी घर विच आओ। अंते रूपी घर विच आके मैनू प्राप्त होना करो। मैनू कठिन संसार समुंदर तो तारना करो। आप जी आके मिलना करो ते मेरा तुहाडे तो बिना अद्धी कौडी दा मुल भी नहीं है। ते जिहड़ियां मेरियां मुश्किलां ने ना जिहड़े मेरे वकार मेरे ते हैवी होए ने मैनू वकार आण के सताउंदे ने महाराज उन्हां वकारां तो मेरा छुटकारा करना करो। आप जी कृपा करना करो उन्हां वकारां तो मेरा छुटकारा हो जाए। आप जी मेरे ते मेहर करके मैनू आप दे चरनां दे नाल जोड़ना करो। मेरे इस हिरदे रूपी छेजा ते आसन ला के मैनू तारना करो। कीमत कौन करे तुद भावां देख दिखावै ढोलो। ते विजोगन प्रति वक्त धर्म वाली स्त्री आखदी है जिहड़ी उहदे विजोग दे विच विजोगन हो जाती है विछोड़े दे विच कि हे वाहिगुरू हे पति परमेश्वर मैं तुद भावां। जे मैं आप जी नूं भा जावां तां मेरी कीमत नूं कौन कर सकदा है। फिर कोई मेरी कीमत नहीं पा सकता। उदां तां दुनिया के सामने मैं अद्धी कौड़ी का मुल भी नहीं है। पर जे तेनू भा जावां जे परमेश्वर नूं भा जावे ते फिर महाराज कहंदे तुद भावां देख दिखावै ढोलो। ते हे प्यारे पति तू मेरे वल वेख के अपना दर्श मैनू दिखाउणा कर। अपना दर्श दिखाउणा कर। जीव रूपी स्त्री दी जिज्ञासु की अवस्था है। हे पति परमात्मा जेकर मैं तुहानू भा जावां तां मेरी कीमत नूं कौन कर सकता है। कौन मेरी कीमत पा सकता है।
ਤੇ ਕਿਰਪਾ ਕਰਕੇ ਮੇਰੇ ਵੱਲ ਦੇਖਣਾ ਕਰੋ। ਕਿਰਪਾ ਕਰਕੇ ਮੇਰੇ ਇਸ ਹਿਰਦੇ ਰੂਪੀ ਸੇਜਾ ਤੇ ਆਪ ਦੀ ਆਸਾਂ ਲਾਉਣਾ ਕਰੋ। हे ਪਿਆਰੇ, ਇੱਕ ਵਾਰੀ ਮੇਰੇ ਇਸ ਅਭਾਗਨ ਵੱਲ ਨਿਜ ਧਾਰ ਕੇ ਵੇਖਣਾ ਤੇ ਕਰੋ ਨਾ। ਮੇਰਾ ਜਿਹੜਾ ਪ੍ਰਾਪਤ ਹੋਣਾ ਕੀ ਹੈ, ਤੇਰੇ ਅੰਦਰ ਅੱਗੇ ਹੀ ਪ੍ਰਾਪਤ ਹੋਣਾ। ਤੇਰੇ ਅੱਗੇ ਇਹ ਮੇਰੀ ਬੇਨਤੀ ਹੈ। ਇਹ ਗੱਲ ਸੁਣ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਗਿਆਸੂ ਨੂੰ ਕਹਿੰਦੇ, ਮੇਰਾ ਪ੍ਰਾਪਤ ਹੋਣਾ ਕੀ ਹੈ? ਭਗਵਾਨ ਨੇ ਕਿਹਾ, ਪਰਮੇਸ਼ਰ ਨੇ ਜੀਵ ਰੂਪੀ ਇਸਤਰੀ ਨੂੰ ਕਿ ਮੇਰਾ ਪ੍ਰਾਪਤ ਹੋਣਾ ਕੀ ਹੈ? ਤੇਰੇ ਅੱਗੇ ਹੀ ਪ੍ਰਾਪਤ ਹਾਂ। ਇਹ ਗੱਲ ਸੁਣ ਕੇ ਫਿਰ ਜਗਿਆਸੂ ਜਵਾਬ ਦਿੰਦਾ ਹੈ। ਮਹਾਰਾਜ ਜੀ ਨੇ ਜਵਾਬ ਕਰਾਉਂਦੇ ਨੇ, हे ਪਿਆਰੇ ਪਤੀ, ਭਾਵੇਂ ਆਪ ਹਿਰਦੇ ਅੰਦਰ ਹੀ, ਪਰ ਫਿਰ ਵੀ ਆਪ ਜੀ ਦਾ ਵੇਖਣਾ ਤਾਂ ਹੁੰਦਾ ਹੈ ਨਾ। ਕਿਉਂਕਿ ਆਪਾਂ ਕਹਿੰਦੇ ਹਾਂ ਕਿ ਪਰਮੇਸ਼ਰ ਤਾਂ ਘੱਟ ਘੱਟ ਵਿੱਚ, ਸਤਿਗੁਰਾਂ ਦੀ ਬਾਣੀ ਵੀ ਕਹਿੰਦੀ ਪਰਮੇਸ਼ਰ ਹਰੀ ਸਭ ਥਾਂ ਤੇ ਰਮਿਆ ਹੋਇਆ, ਘੱਟ ਘੱਟ ਦੇ ਵਿੱਚ ਰਮਿਆ ਹੋਇਆ। ਤੇ ਪਰਮੇਸ਼ਰ ਭਗਵਾਨ ਫਿਰ ਜੀਵ ਰੂਪੀ ਇਸਤਰੀ ਨੂੰ ਕਹਿੰਦਾ, ਮੈਂ ਤਾਂ ਕਈ ਤੇਰੇ ਕੋਲ ਪ੍ਰਾਪਤ ਹਾਂ, ਤੇਰੇ ਅੰਦਰ ਹਾਂ। ਤੇ ਅੱਗੋਂ ਜੀਵ ਰੂਪੀ ਇਸਤਰੀ ਕਹਿੰਦੀ ਹੈ, हे ਪਿਆਰੇ ਪਤੀ ਪਰਮੇਸ਼ਰ, ਕਿਰਪਾ ਕਰ, ਆਪ ਜੀ ਦਾ ਵੇਖਣਾ ਤਾਂ ਹੋਣਾ ਚਾਹੀਦਾ, ਮੈਨੂੰ ਦਰਸ਼ਨ ਤਾਂ ਹੋਣ ਤੇਰੇ। ਜੇਕਰ ਆਪ ਗਿਆਨ ਦ੍ਰਿਸ਼ਟੀ ਨਾਲ ਵਿਖਾਉਣਾ ਚਾਹੁੰਦੇ ਹੋ, ਗਿਆਨ ਦ੍ਰਿਸ਼ਟੀ ਨਾਲ ਵਿਖਾਉਣਾ ਚਾਹੁੰਦੇ ਹੋ ਤਾਂ ਵਿਖਾਉਣਾ ਕਰੋ। ਮੈਨੂੰ ਆਪ ਜੀ ਦੇ ਦਰਸ਼ਨ ਦੇਣਾ ਕਰੋ। ਹੁਣ ਪਿਆਰੇ, ਤੇਰੇ ਤੋਂ ਬਿਨਾ ਇੱਕ ਘੜੀ ਨਾ ਮਿਲਦੇ, ਬੜਾ ਵਿਛੋੜੇ ਦਾ ਦੁੱਖ ਹੈ। ਪਿਛਲੇ ਦਿਨ ਹੀ ਬੇਨਤੀ ਕੀਤੀ ਸੀ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਤੇ ਵਿਛੜੀ ਹੋਈ ਜੀਵ ਰੂਪੀ ਇਸਤਰੀ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿੰਨਾ ਗੁਨਾਹ ਕਰਕੇ ਕਾਲੀ ਹੋਈ ਹੈ। ਆਪਣੇ ਪ੍ਰੀਤਮ ਕੇ ਹਉ ਬਿਰਹਿ ਜਾਲੀ, ਮੈਂ ਆਪਣੇ ਪਿਆਰੇ ਪ੍ਰੀਤਮ ਪਰਮੇਸ਼ਰ ਤੋਂ ਵਿਛੜ ਕੇ ਕਾਲੀ ਹੋ ਗਈ ਹੈ। ਇੰਨਾ ਵਿਜੋਗ ਹੈ, ਇੰਨਾ ਵਿਛੋੜੇ ਦਾ ਦੁੱਖ ਹੈ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ। ਤੇ ਫਿਰ ਜਗਿਆਸੂ ਰੂਪ ਇਸਤਰੀ ਨੇ ਬੇਨਤੀ ਕੀਤੀ, हे ਪਿਆਰੇ ਪਰਮੇਸ਼ਰ ਪਤੀ, ਇਹ ਕਿਰਪਾ ਕਰ ਕਿ ਮੈਂ ਆਪ ਜੀ ਤੋਂ ਦੂਰ ਨਾ ਜਾਣਾ ਕਰ, ਆਪ ਜੀ ਨੂੰ ਦੂਰ ਨਾ ਜਾਣਾ ਕਰ। ਮੈਂ ਤੈਨੂੰ ਆਪਣੇ ਤੋਂ ਦੂਰ ਨਾ ਵੇਖਾਂ। ਇਹ ਮੇਰੇ ਅੰਦਰ ਇੱਕ ਗੱਲ ਬੈਠ ਜਾਵੇ ਮੇਰੇ ਤੇ, ਇਹ ਕਿਰਪਾ ਕਰ ਦੇ ਕਿ ਮੈਂ ਤੈਨੂੰ ਹਰ ਵੇਲੇ ਆਪਣੇ ਅੰਗ ਸੰਗ ਸਮਝਾਂ। ਸਦਾ ਅੰਗ ਸੰਗੇ, ਸਦਾ ਹੀ ਤੈਨੂੰ ਮੈਂ ਆਪਣੀ ਅੰਗ ਸੰਗ ਸਮਝਾਂ। ਤੇ ਪਰਮੇਸ਼ਰ ਕਹਿੰਦੇ ਫਿਰ, ਘਟ ਵਾਂਗ ਸਮੀਪ ਜਾਣਨ ਦੀ ਇੱਛਾ ਹੈ। ਘਟ ਵਾਂਗ ਸਮੀਪ ਜਾਣਨ ਦੀ ਇੱਛਾ ਹੈ। ਤਾਂ ਜਗਿਆਸੂ ਨੇ ਕਿਹਾ, ਜੇ ਘਟ ਵਾਂਗ ਨੇੜੇ ਜਾਣਾ ਤਾਂ ਉਪਾਧੀ ਬਣੀ ਰਹੇਗੀ। ਉਪਾਧੀ ਭੇਦ ਕਰਕੇ ਇਹਨਾਂ ਸਾਰੇ ਦੁੱਖ ਪ੍ਰਾਪਤ ਹੁੰਦੇ ਨੇ। ਮੈਂ ਆਪ ਜੀ ਦੇ ਸਰੀਰ ਦੇ ਅੰਤਰ ਮਨ ਅੰਦਰ ਹੀ ਮੰਨਣਾ ਕਰਾਂ, ਆਪ ਜੀ ਨੂੰ ਮੈਂ ਆਪ ਦੇ ਅੰਦਰ ਹੀ ਮੰਨਣਾ ਕਰਾਂ। ਕਿਉਂਕਿ ਵਿਛੋੜਾ ਕਿਸੇ ਨਾ, ਵਿਛੋੜੇ ਦਾ ਦੁੱਖ ਹੀ ਨਾ ਪ੍ਰਾਪਤ ਹੋਵੇ। ਤਾਂ ਭਗਵਾਨ ਪਰਮੇਸ਼ਰ ਕਹਿੰਦੇ ਫਿਰ ਅੰਦਰ ਤੰਤੇ ਕਰਨ ਹੈ, ਉਸ ਦੇ ਜਾਣਨ ਦੀ ਇੱਛਾ ਹੈ। ਤੇ ਜਗਿਆਸੂ ਇਸਤਰੀ ਫਿਰ ਬੇਨਤੀ ਕਰਦੀ ਏ ਕਿ ਨਹੀਂ, ਅੰਤੇ ਕਰਨ ਤਾਂ ਜੜ ਹੈ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਨੇ। ਮਹਾਰਾਜ, ਮੈਂ ਤਾਂ ਆਪ ਜੀ ਦਾ ਮਹਿਲ ਪਛਾਣਾ, ਆਪ ਜੀ ਦੇ ਸਰੀਰ ਨੂੰ ਪਛਾਣਨਾ ਕਰਾਂ। ਮਹਿਲ ਪਛਾਣਨਾ,
ਤੇ हे ਹਰੀ ਆਪ ਜੀ ਦਾ ਜੋ ਸਰੂਪ ਹੈ ਉਸ ਨੂੰ ਪਛਾਣਨਾ ਚਾਹੁੰਦੀ ਹਾਂ, ਸਰੂਪ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ। ਤੇ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਫਿਰ ਇਹ ਜੀਵ ਰੂਪ ਇਸਤਰੀ ਦੀ ਜਿਹੜੀ ਅੰਦਰ ਦੀ ਸਥਿਤੀ ਹੈ, ਅੰਦਰ ਦੀ ਅਭਿਲਾਸ਼ਾ ਹੈ, ਜੋ ਵਿਛੋੜੇ ਦੇ ਦੁੱਖ ਵਿੱਚ ਜੋ ਬੇਨਤੀਆਂ ਰੂਪ ਹਨ, ਉਹ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਵੇਂ ਸਤਿਗੁਰੂ ਜੀ ਮਿਹਰ ਕਰਦੇ ਹਨ। ਭਾਈ ਜਦੋਂ ਵਿਸਾਖ ਦੇ ਮਹੀਨੇ ਜਿਵੇਂ ਟਾਹਣੀਆਂ ਪ੍ਰਫੁੱਲਤ ਹੁੰਦੀਆਂ ਨੇ ਤੇ ਉਹ ਫੁੱਲ ਨਿਕਲਦੇ ਨੇ, ਪ੍ਰਫੁੱਲਤ ਹੁੰਦਾ ਹੈ, ਇਸੇ ਤਰ੍ਹਾਂ ਜੀਵ ਦੇ ਅੰਦਰ ਜਦੋਂ ਗਿਆਨ ਪ੍ਰਫੁੱਲਤ ਹੋ ਜਾਵੇ ਫਿਰ ਪਰਮੇਸ਼ਰ ਦੇ ਮਿਲਣ ਦੀ ਅਭਿਲਾਸ਼ਾ ਜਿਹੜੀ ਹੁੰਦੀ ਹੈ, ਮਿਲਣ ਦਾ ਅੰਦਰੋਂ ਇੱਕ ਵਿਜੋਗ ਪੈਦਾ ਹੁੰਦਾ। ਜੀਵ ਜਦੋਂ ਜੁੜਦਾ ਹੈ, ਸਿਮਰਨ ਦੇ ਵਿੱਚ ਸਮਾਧੀ ਲਾਉਂਦਾ ਹੈ ਤੇ ਫਿਰ ਅੰਦਰੋਂ ਵਿਜੋਗ ਪੈਦਾ ਹੁੰਦਾ, ਵਿਛੋੜੇ ਦਾ ਦੁੱਖ ਦਾ ਪਤਾ ਲੱਗਦਾ ਹੈ ਤੇ ਫਿਰ ਉਸ ਦੇ ਨਾਲ ਪਰਮੇਸ਼ਰ ਦੇ ਮਿਲਾਪ ਨੂੰ ਜੀਵ ਰੂਪ ਇਸਤਰੀ ਚਾਹੁੰਦੀ ਹੈ ਕਿ ਹੁਣ ਮੈਨੂੰ ਪਿਆਰੇ ਪਰਮੇਸ਼ਰ ਦਾ ਮਿਲਾਪ ਹੋ ਜਾਵੇ। ਤੇ ਮਹਾਰਾਜ ਇਸ ਪਾਵਨ ਮਹੀਨੇ ਦੀ ਅਖੀਰਲੀ ਤੁਕ ਦੇ ਵਿੱਚ ਮਹਾਰਾਜ ਮਹਿਲ ਨੂੰ ਪਛਾਣਨ ਵਿੱਚ ਉਹ ਸੱਚੇ ਪਾਤਸ਼ਾਹ ਸਾਧਨ ਕਥਨ ਕਰਦੇ ਹਨ ਕਿ ਕਿਵੇਂ ਪਛਾਣਨਾ, ਕਿਵੇਂ ਹੈ। ਨਾਨਕ ਵੈ ਸਾਖੀ ਪ੍ਰਭ ਭਾਵੈ, ਸੁਰਤ ਸ਼ਬਦ ਮਨ ਮਾਨਾ। ਮਹਾਰਾਜ ਕਹਿੰਦੇ ਨਾਨਕ ਵੈ ਸਾਖੀ ਪ੍ਰਭ ਭਾਵੈ, ਸੁਰਤ ਸ਼ਬਦ ਮਨ ਮਾਨਾ। ਜਿਸ ਨੇ ਵੀ ਉਹਦੇ ਉਪਦੇਸ਼, ਗੁਰੂ ਦੇ ਉਪਦੇਸ਼ ਵਿੱਚ ਜਿਸ ਦਾ ਮਨ ਸੁਰਤ ਗਿਆਤ ਹੋ ਗਿਆ, ਸੁਰਤ ਜਿਸ ਦੀ ਟਿਕਣੀ ਸ਼ੁਰੂ ਹੋ ਗਈ, ਜਿਸ ਦੀ ਸੁਰਤ ਲੱਗ ਗਈ, ਉਹਦੇ ਸ਼ਬਦ ਦੇ ਵਿੱਚ ਮਨ ਟਿਕ ਗਿਆ, ਸ੍ਰੇਸ਼ਟ ਪ੍ਰੀਤੀ ਪੂਰਵਕ ਮੰਨਿਆ ਗਿਆ ਕਿ ਉਹ ਗਿਆਨੀ ਹੈ, ਨੀਚੇ ਸੇਤ ਹੈ, ਉਹ ਪ੍ਰੇਰਕ ਪ੍ਰਭੂ ਨੂੰ ਪਾ ਲੈਂਦਾ ਹੈ। ਵਿਜੋਗਣ ਪ੍ਰਤੀ ਬਰਤਵ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਜਿਗਿਆਸੂ ਰੂਪ ਇਸਤਰੀ ਨੂੰ ਸਿੱਖਿਆ ਦਿੰਦਿਆਂ ਹੋਇਆਂ ਮਹਾਰਾਜ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹੀ ਇੱਕ ਸ੍ਰੇਸ਼ਟ ਪ੍ਰੀਤੀ ਪੂਰਵਕ ਮੰਨਿਆ ਜਾਂਦਾ ਹੈ ਕਿ ਜਿਸ ਨੇ ਵੀ ਉਸ ਪਰਮੇਸ਼ਰ ਦੇ ਸ਼ਬਦ ਵਿੱਚ, ਸੁਰਤ ਵਿੱਚ ਮਨ ਲਾ ਲਿਆ, ਜਿਸ ਦਾ ਮਨ ਸੁਰਤ ਵਿੱਚ ਲੱਗ ਗਿਆ। ਤੇ ਮਹਾਰਾਜ ਕਹਿੰਦੇ ਨਾਨਕ ਵੈ ਸਾਖੀ ਪ੍ਰਭ ਭਾਵੈ। ਉਹ ਇਸ ਪਵਿੱਤਰ ਮਹੀਨੇ ਦੇ ਵਿੱਚ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਉਹ ਜੀਵ ਰੂਪ ਇਸਤਰੀਆਂ ਪਾ ਲੈਣਾ ਕਰਦੀਆਂ ਹਨ ਜਿਨ੍ਹਾਂ ਦਾ ਮਨ ਸ਼ਬਦ ਵਿੱਚ ਡਿੱਗ ਜਾਂਦਾ ਹੈ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਸ਼ਬਦ ਵਿੱਚ ਲੱਗ ਗਿਆ, ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਸ਼ਬਦ ਵਿੱਚ ਟਿਕ ਗਿਆ। ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਟਿਕ ਗਿਆ, ਸੁਰਤ ਟਿਕ ਗਈ। ਹੁਣ ਨਾਮ ਦੇ ਵਿੱਚ ਟਿਕੀ ਹੋਈ ਸੁਰਤ, ਜਦੋਂ ਸੁਰਤ ਟਿਕਦੀ ਹੈ ਫਿਰ ਉਸ ਪਰਮੇਸ਼ਰ ਦੇ ਚਰਨਾਂ ਤੱਕ ਮਿਲਾਪ ਹੁੰਦਾ ਹੈ, ਕਿਉਂਕਿ ਸੁਰਤ ਤੇ ਸ਼ਬਦ ਦਾ ਸੁਮੇਲ ਹੈ, ਸੁਰਤ ਤੇ ਸ਼ਬਦ ਦਾ ਬੜਾ ਵੱਡਾ ਸੁਮੇਲ ਹੈ। ਕਿਤਨੇ ਪ੍ਰਮਾਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚੋਂ ਬਖਸ਼ਦੇ ਨੇ ਕਿ ਜਿਨ੍ਹਾਂ ਨੇ ਸੁਰਤ ਕਰਕੇ, ਜਿਵੇਂ ਇਹ ਕੁੰਜਾਂ ਦਾ ਪ੍ਰਮਾਣ ਮਹਾਰਾਜ ਦਿੰਦੇ ਨੇ, ਕੁੰਜਾਂ ਆਪਦੇ ਬੱਚਿਆਂ ਨੂੰ, ਬੱਚਿਆਂ ਦੇ ਆਂਡੇ ਦੇ ਕੇ ਆਪ ਬਾਹਰ ਆ ਜਾਂਦੀਆਂ ਨੇ ਤੇ ਸੁਰਤ ਦੇ ਨਾਲ ਬੱਚੇ ਦਾ ਧਿਆਨ ਧਰਦੀਆਂ ਨੇ ਤੇ ਪਰਮੇਸ਼ਰ ਦਾ ਸਿਮਰਨ ਕਰਦੀਆਂ ਨੇ। ਤੇ ਜਦੋਂ ਸਿਮਰਨ ਕਰਦਿਆਂ ਸੁਰਤ ਦੇ ਨਾਲ ਹੀ ਉਹ ਆਂਡਾ ਟੁੱਟਦਾ ਹੈ, ਸੁਰਤ ਦੇ ਨਾਲ ਵਿੱਚੋਂ ਬੱਚਾ ਪੈਦਾ ਹੁੰਦਾ ਹੈ। ਫਿਰ ਉਹ ਸੁਰਤ ਦੇ ਨਾਲ ਬੱਚੇ ਨੂੰ ਆਪਦੇ ਨਾਲ ਮਿਲਾਉਂਦੀ ਹੈ, ਸੁਰਤ ਦੇ ਨਾਲ ਉਹਨੂੰ ਭੋਜਨ ਪਹੁੰਚਾਉਂਦੀ ਹੈ। ਇੱਕ ਸੁਰਤ ਦਾ ਮਾਰਗ ਮਹਾਰਾਜ ਉਦਾਹਰਨ ਦਿੰਦੇ ਨੇ ਕਿ ਭਾਈ ਸੁਰਤ ਦੇ ਵਿੱਚ ਇੰਨੀ ਵੱਡੀ ਤਾਕਤ ਹੁੰਦੀ ਹੈ। ਜਿਵੇਂ ਕਸ਼ੂ ਭੂਮੀ
ਬਰੇਤੀ ਦੇ ਵਿੱਚ ਬੱਚਾ ਦਿੰਦੀ ਏ, ਆਂਡਾ ਦਿੰਦੀ ਏ ਰੇਤ ਦੇ ਵਿੱਚ ਬਾਹਰ ਜਾ ਕੇ, ਤੇ ਆਹ ਪਾਣੀ ਵਿੱਚ ਚਲੀ ਜਾਂਦੀ ਏ। ਤੇ ਪਾਣੀ ਦੇ ਵਿੱਚ ਬੈਠੀ ਫਿਰ ਉਸ ਬੱਚੇ ਦਾ ਧਿਆਨ ਧਰਦੀ ਏ। ਜਦੋਂ ਉਹਦੀ ਸੁਰਤ ਦੇ ਨਾਲ ਉਹ ਆਂਡਾ ਟੁੱਟਦਾ ਏ ਤੇ ਬੱਚਾ ਫਿਰ ਉਹਦੀ ਸੁਰਤ ਦਾ ਖਿੱਚਿਆ ਹੋਇਆ ਪਾਣੀ ਵਿੱਚ ਆਉਂਦਾ ਏ। ਤੇ ਮਹਾਰਾਜ ਕਹਿੰਦੇ ਜੀਵ ਜੇ ਤੂੰ ਸੁਰਤ ਦੇ ਕਰਕੇ ਸੁਰਤ ਟਿਕ ਜੇਗੀ ਨਾ, ਸੁਰਤ ਸ਼ਬਦ ਮਨ ਮਾਨਾ, ਤੇ ਜਦੋਂ ਤੇਰੀ ਵੀ ਸੁਰਤ ਪਰਮੇਸ਼ਰ ਦੇ ਨਾਮ ਵਿੱਚ ਟਿਕ ਗਈ ਤੇ ਪਰਮੇਸ਼ਰ ਦੇ ਨਾਮ ਵਿੱਚ ਟਿਕੀ ਹੋਈ ਸੁਰਤ ਇੱਕ ਦਿਨ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦੇਵੇਗੀ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਨੂੰ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ ਕਰ। ਗੁਰ ਕਾ ਮੰਤਰ ਹਿਰਦੇ ਵਿੱਚ ਜਦੋਂ ਵਸਿਆ, ਕੀ ਹੈ ਗੁਰੂ ਦਾ ਮੰਤਰ? ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਸਾਡਾ ਮੰਤਰ ਕਿਹੜਾ ਹੈ? ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਹੈ ਨਾ, ਚੌਂ ਜੁਗਾਂ ਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚੌਂ ਜੁਗਾਂ ਦਾ ਜੋ ਸ਼ਬਦ ਸਾਨੂੰ ਇੱਕ ਸ਼ਬਦ ਬਖਸ਼ਿਆ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਜਦੋਂ ਉਸ ਵਾਹਿਗੁਰੂ ਦੇ ਨਾਲ ਸੁਰਤ ਟਿਕ ਗਈ, ਵਾਹਿਗੁਰੂ ਦੇ ਨਾਲ ਜਦੋਂ ਸੁਰਤ ਦਾ ਸੁਮੇਲ ਹੋ ਗਿਆ, ਤੇ ਫਿਰ ਉਸ ਸੁਰਤ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ। ਨਾਨਕ ਵੈ ਸਾਖੀ ਪ੍ਰਭ ਪਾਵੈ। ਇਸ ਪਾਵਨ ਮਹੀਨੇ ਵਿੱਚ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਸੁਰਤ ਸ਼ਬਦ ਮਨ ਮਾਨਾ, ਜੇ ਸੁਰਤ ਪਰਮੇਸ਼ਰ ਦੇ ਚਰਨਾਂ ਨਾਲ ਮਿਲ ਗਈ। ਮਾਹੋ ਜੇਠ ਭਲਾ ਪ੍ਰੀਤਮ ਕਿਉਂ ਬਿਸਰੈ। ਤੇ ਮਹਾਰਾਜ ਪਤੀ ਪਰ ਧਰਮ ਵਾਲੀ ਇਸਤਰੀ ਦਾ ਦ੍ਰਿਸ਼ਟਾਂਤ ਦੇ ਕੇ ਸੱਚੇ ਪਾਤਸ਼ਾਹ ਮਹਾਰਾਜ ਜਿਗਿਆਸੂ ਰੂਪ ਇਸਤਰੀ ਨੂੰ ਸਿੱਖਿਆ ਦਿੰਦੇ ਹਨ ਕਿ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ। ਕਿ ਜੇਠ ਦੇ ਮਹੀਨੇ ਵਿੱਚ ਭਲਾ ਪ੍ਰੀਤਮ ਜੋ ਪਤੀ ਹੈ ਉਹ ਇਸਤਰੀ ਨੂੰ ਕਿਵੇਂ ਭੁੱਲ ਸਕਦਾ ਹੈ? ਅਰਥਾਤ ਨਹੀਂ ਭੁੱਲਦਾ। ਇਸੇ ਤਰ੍ਹਾਂ ਜੇਠ ਦੇ ਮਹੀਨੇ ਦੁਆਰਾ ਮਹਾਰਾਜ ਜਿਗਿਆਸੂ ਰੂਪ ਇਸਤਰੀ ਨੂੰ ਭਲਾ ਪ੍ਰੀਤਮ ਪਰਮਾਤਮਾ ਕਿਵੇਂ ਭੁੱਲ ਸਕਦਾ ਹੈ? ਮਾਹੋ ਉਤਕ੍ਰਿਸ਼ਟ ਸਾਰਿਆਂ ਤੋਂ ਜੇਠ ਦਾ ਭਾਵ ਹੁੰਦਾ ਵੱਡਾ। ਵੱਡਾ ਜੋ ਤੀਬਰ ਵਿਰਾਗ ਹੈ ਉਹ ਇੱਕ ਜੇਠ ਦਾ ਮਹੀਨਾ ਹੈ। ਇਸ ਵਿੱਚ ਭਲਾ ਪ੍ਰੀਤਮ ਕਿਵੇਂ ਭੁੱਲ ਸਕਦਾ ਹੈ? ਨਹੀਂ ਭੁੱਲਦਾ। ਮੰਦ ਵਿਰਾਗ ਵਿੱਚ ਭਲਾ ਪ੍ਰੀਤਮ ਪਰਮਾਤਮਾ ਭੁੱਲ ਜਾਵੇ ਤਾਂ ਕੋਈ ਚਰਜ ਨਹੀਂ। ਮੰਦ ਵਿਰਾਗ, ਕਿਉਂਕਿ ਜਦੋਂ ਮੰਦ ਵਿਰਾਗ ਪੈਦਾ ਹੁੰਦਾ, ਮੰਦ ਵਿਰਾਗ ਕਿਸ ਨੂੰ ਕਹਿੰਦੇ ਹਨ? ਇਸਤਰੀ ਆਦਿਕਾਂ ਦੇ ਮਰਨ ਪਰ ਜਾਂ ਵਿਭੂਤੀ ਦੇ ਅਭਾਵ ਹੋ ਜਾਣ, ਦਵਾਲਾ ਨਿਕਲਣ ਪਰ ਆਪਣੇ ਘਰ ਬਾਰ ਨੂੰ ਛੱਡ ਕੇ ਸਿਰ ਮੂੰਹ ਬਣਾ ਕੇ ਸੰਨਿਆਸੀ ਬਣ ਜਾਣਾ, ਇਸ ਨੂੰ ਕਹਿੰਦੇ ਮੰਦ ਵਿਰਾਗ ਹੋ ਗਿਆ। ਨਾਰ ਹੋਈ ਗ੍ਰਹਿ ਸੰਪਤ ਨਾਸੀ, ਮੂੰਡ ਮੰਡਾਏ ਹੋਏ ਸੰਨਿਆਸੀ। ਇਹ ਬਾਣੀ ਦਾ ਸ਼ਬਦ ਨਹੀਂ ਹੈ, ਵੈਸੇ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਹੈ। ਇਹ ਰਾਮਚਰਿਤ੍ਰ ਮਾਨ ਤੁਲਸੀ ਰਾਮਾਇਣ ਦਾ ਇਹ ਪੰਕਤੀ ਹੈ। ਨਾਰ ਹੋਈ ਗ੍ਰਹਿ ਸੰਪਤ ਦਾ ਨਾਸੀ, ਮੂੰਡ ਮੰਡਾਏ ਹੋਏ ਸੰਨਿਆਸੀ। ਕਿ ਜੇ ਮਰਨ ਪਰ ਇਸਤਰੀ ਦੇ ਮਰਨ ਪਰ ਤੇ ਸਰੀਰ ਤੇ ਵਿਭੂਤੀ ਚਾੜ ਕੇ ਭਾਵ ਦਵਾਲਾ ਨਿਕਲ ਜਾਣ ਪਰ ਘਰ ਬਾਰ ਛੱਡ ਦੇਵੇ, ਮੂੰਹ ਸਿਰ ਬਣਾ ਕੇ ਸੰਨਿਆਸੀ ਬਣ ਜਾਵੇ, ਤੇ ਮਹਾਰਾਜ ਕਿਤੋਂ ਕੋ ਵਿਰਾਗ ਨਹੀਂ ਕਿ ਉਹ ਵਿਰਾਗ ਕਰਕੇ ਸੰਨਿਆਸੀ ਹੋ ਗਿਆ। ਨਹੀਂ, ਇਹ ਮੰਦ ਰੂਪੀ ਮੰਦ ਭਾਗੀ ਵਿਰਾਗ ਹੈ। ਇਹਨੂੰ ਵਿਰਾਗ ਨਹੀਂ, ਗੁਰਮਤਿ ਨਹੀਂ ਮੰਨਿਆ।
ਇਹਨੂੰ ਗੁਰਮਤਿ ਤੋਂ ਬਾਹਰ ਹੈ। ਪੁੱਤਰ ਦਰਾਦ ਵਿਸ਼ੇ ਵਿਜੋਗੇ ਪੇਤਰ ਸੰਸਾਰ, ਇਤ ਬੁਦਿਆ ਵਿਸ਼ੇ ਜਿਹਾਸਾ ਮੰਦ ਵਿਰਾਗ। ਪੁੱਤਰ ਇਸਤਰੀ ਆਦਿਕ ਵਿਸ਼ਿਆਂ ਦੇ ਵਿਜੋਗ ਹੋਣ ਕਰਕੇ ਸੰਸਾਰ ਨੂੰ ਤ੍ਰਿਗਕਾਰ ਅਰਥਾਤ ਦੁੱਖ ਰੂਪ ਰਹਿਣਾ, ਦੁੱਖ ਰੂਪੀ ਸੰਸਾਰ ਨੂੰ ਕਹਿ ਦੇਣਾ, ਬੁੱਧੀ ਕਰਕੇ ਵਿਸ਼ਿਆਂ ਦਾ ਤਿਆਗ ਕਰਨਾ ਹੀ ਮੰਦ ਵਿਰਾਗ ਹੈ। ਆਪਣੀ ਬੁੱਧ ਕਰਕੇ ਵਿਸ਼ਿਆਂ ਦਾ ਵਿਕਾਰ ਕਰ ਦੇਣਾ, ਵਿਸ਼ਿਆਂ ਦਾ ਵਿਰਾਗ, ਵਿਸ਼ਿਆਂ ਦਾ ਤਿਆਗ ਕਰਨਾ। ਤੇ ਮਹਾਰਾਜ ਕਹਿੰਦੇ ਅਸਲੀ ਵਿਰਾਗ ਕੀ ਹੈ? ਪਰਮੇਸ਼ਰ ਦਾ ਪਿਆਰ। ਕਿਉਂਕਿ ਜਿਹਦੀ ਸੁਰਤ ਸ਼ਬਦ ਦੇ ਵਿੱਚ ਟਿਕ ਜਾਂਦੀ ਹੈ ਨਾ, ਸੁਰਤ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਟਿਕ ਜਾਂਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਫਿਰ ਉਹ ਇੰਨੀ ਉਹਦੀ ਸੁਰਤ ਟਿਕੀ ਹੁੰਦੀ ਹੈ। ਜਿਵੇਂ ਮਹਾਰਾਜ ਇੱਕ ਉਦਾਹਰਨ ਦਿੰਦੇ ਨੇ ਬਾਣੀ ਦੇ ਵਿੱਚ, ਜਿੱਥੇ ਡਿਠਾ ਮਿਰਤਕੋ ਇਲ ਬੈਠੀ ਆਏ। ਕਹਿੰਦੇ ਇਲ ਜਿਹੜੀ ਹੁੰਦੀ ਹੈ ਨਾ, ਮਿਰਤਕ ਸਰੀਰ ਜਿੱਥੇ ਵੀ ਕੋਈ ਪਿਆ ਹੁੰਦਾ, ਤੇ ਇਲ ਦੀ ਇੰਨੀ ਸੁਰਤ ਹੁੰਦੀ ਹੈ, ਇਹ ਇੰਨੀ ਉਹਦੀ ਤੇਜ਼ ਹੁੰਦੀ ਹੈ, ਸੁਰਤੀ ਨਿਗਾਹ ਤੇਜ਼ ਹੁੰਦੀ ਹੈ, ਆਕਾਸ਼ਾਂ ਵਿੱਚ ਉੱਡਦੀ ਹੋਈ ਵੀ ਉਹ ਧਿਆਨ ਮੁਰਦੇ ਵਿੱਚ ਰੱਖਦੀ ਹੈ। ਤੇ ਮਹਾਰਾਜ ਕਹਿੰਦੇ ਜੀ, ਜੇ ਤੇਰੀ ਸੁਰਤ ਇੰਨੀ ਉੱਚੀ ਚੁੱਕੀ ਜਾਵੇ ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਸਾਰੇ ਸੰਸਾਰ ਦਾ ਭਰਮਣ ਕਰਦਿਆਂ ਹੋਇਆਂ ਵੀ ਤੇਰੀ ਸੁਰਤ ਪਰਮੇਸ਼ਰ ਦੇ ਚਰਨਾਂ ਵਿੱਚ ਆ ਜਾਵੇ, ਤੇ ਮਹਾਰਾਜ ਕਹਿੰਦੇ ਫਿਰ ਉਹ ਅਸਲੀ ਵਿਰਾਗ ਪੈਦਾ ਹੁੰਦਾ। ਚਾਰ ਤਰ੍ਹਾਂ ਦਾ ਵਿਰਾਗ ਹੁੰਦਾ ਹੈ। ਜਤ ਮਾਨ ਵਿਤਰੇਕ ਏਕ ਇੰਦਰੀਏ ਵਸੀਕਰਨ ਵਿਰਾਗ। ਰਾਗ ਦਵੈਸ਼ ਆਦਿਕ ਦੋਸ਼ਾਂ ਦੇ ਤਿਆਗ ਦੀ ਇੱਛਾ ਕਰਦੇ ਹੋਏ ਜੋ ਪ੍ਰਤੀ ਯਤਨ ਕਰਨਾ, ਇਸ ਨੂੰ ਜਤਮਾਨ ਵਿਰਾਗ ਆਖਦੇ ਹਨ। ਇਸ ਪਿੱਛੋਂ ਮੇਰੇ ਹਿਰਦੇ ਵਿੱਚੋਂ ਇਤਨੇ ਦੋਸ਼ ਨਿਕਲ ਚੁੱਕੇ ਹਨ, ਇਤਨੇ ਬਾਕੀ ਰਹਿੰਦੇ ਹਨ। ਇਸ ਦਾ ਵਿਚਾਰ ਦਾ ਨਾਮ ਵਿਤਰੇਕ ਵਿਰਾਗ ਹੈ। ਇੱਕ ਵਿਰਾਗ ਉਹ ਪੈਦਾ ਹੋਇਆ ਕਿ ਹੁਣ ਇਸ ਚੀਜ਼ ਦਾ ਵਿਰਾਗ ਲੱਗ ਗਿਆ ਕਿ ਮੇਰੇ ਅੰਦਰੋਂ ਆਹ ਦੋਸ਼ ਤੇ ਨਿਕਲ ਗਿਆ ਹੈ, ਪਰ ਇੰਨੇ ਦੋਸ਼ ਅਜੇ ਵੀ ਮੇਰੇ ਅੰਦਰ ਬਾਕੀ ਹਨ। ਮੈਂ ਆਹ ਤਾਂ ਦੋਸ਼ ਮੁੱਕ ਗਏ, ਪਰ ਅਜੇ ਮੇਰੇ ਅੰਦਰੋਂ ਆਹ ਦੋਸ਼ ਤਾਂ ਮੁੱਕਿਆ ਹੀ ਨਹੀਂ, ਅਜੇ ਵੀ ਇਹ ਵਿਰਾਗ ਲੱਗਿਆ ਹੋਇਆ। ਕਿਉਂ ਮੇਰੇ ਅੰਦਰੋਂ ਆਹ ਜਿਹੜਾ ਮਨ ਫੁਰਨਾ ਹੈ, ਜਾਂ ਮੇਰੇ ਆਹ ਮਾੜੇ ਕਰਮ ਜਿਹੜੇ ਨੇ ਖਤਮ ਨਹੀਂ ਹੋਏ, ਇਸ ਗੱਲ ਦਾ ਵਿਰਾਗ ਹੋ ਜਾਣਾ। ਇੱਕ ਹੈ ਇੰਦਰੀਆਂ ਦੇ ਬਾਹਰਲੇ ਵਿਸ਼ਿਆਂ ਵੱਲੋਂ ਰੁਕਣਾ, ਮਨ ਵਿੱਚ ਵਿਸ਼ੇ ਦੀ ਕੁਝ ਸੂਖਮ ਇੱਛਾ ਬਣੀ ਰਹਿਣੀ। ਇੰਦਰੀ ਵਿਰਾਗ, ਇੱਕ ਇੰਦਰੀ ਵਿਰਾਗ ਹੈ ਕਿ ਬਾਹਰੋਂ ਤਾਂ ਵੇਖਣ ਨੂੰ ਕਹਿਣਾ ਕਿ ਨਹੀਂ ਬੜਾ ਭਗਤ ਹੈ, ਬਾਹਰੋਂ ਤਾਂ ਹਰ ਵੇਲੇ ਦੁਨੀਆ ਨੂੰ ਵਿਖਾਵੇ ਦੇ ਵਿੱਚ ਵਧੀਆ ਜਾਪਣਾ, ਪਰ ਅੰਦਰਲਾ ਜਿਹੜਾ ਵਿਕਾਰ, ਅੰਦਰਲੀਆਂ ਜਿਹੜੀਆਂ ਇੰਦਰੀਆਂ ਨੇ, ਉਹ ਹਰ ਵੇਲੇ ਵਿਸ਼ੇ ਵਿਕਾਰਾਂ ਵੱਲ ਹੀ ਜਾਣ। ਹੁਣ ਕਿਸੇ ਨੂੰ ਨਹੀਂ ਪਤਾ ਅੱਖਾਂ ਕੀ ਵੇਖ ਰਹੀਆਂ ਨੇ, ਕਿਸੇ ਨੂੰ ਨਹੀਂ ਪਤਾ ਮਨ ਕੀ ਸੋਚ ਰਿਹਾ ਹੈ। ਇੰਦਰੀ ਵਿਰਾਗ ਹੈ, ਭਾਵ ਕਿ ਬਾਹਰੋਂ ਤਾਂ ਰੁਕਣਾ ਹੈ, ਪਰ ਮਨ ਵਿਸ਼ੇ ਦੀ ਸੂਖਮ ਇੱਛਾ ਬਣੀ ਰਹਿਣੀ, ਮਨ ਵਿੱਚ ਹਰ ਵੇਲੇ ਵਿਸ਼ੇ ਵਿਕਾਰ ਬਣੀ ਰਹਿਣੀ। ਇਹ ਇੰਦਰੀ ਵਿਰਾਗ ਹੈ। ਤੇ ਅਚਾਨਕ ਪ੍ਰਾਪਤ ਹੋਏ ਵਿਸ਼ੇ ਦਾ ਤਿਆਗ ਕਰਨਾ, ਇਸ ਦਾ ਵਸ਼ੀਕਰਨ ਵਿਰਾਗ ਹੈ। ਅਚਾਨਕ ਪ੍ਰਾਪਤ ਹੋਏ ਕਿ ਇੱਕਦਮ ਕਿਸੇ ਕੋਈ ਵਿਸ਼ਾ ਪ੍ਰਾਪਤ ਹੋ ਗਿਆ, ਕਿਧਰੇ ਗਿਆ, ਮਨ ਵਿੱਚ ਮਾੜਾ ਕਰਮ ਕਰਦਿਆਂ ਕਰਦਿਆਂ ਇਹ ਗੱਲ ਆ ਜਾਣੀ ਕਿ ਨਹੀਂ, ਇਹ ਮਾੜਾ ਕਰਮ ਮੇਰੇ ਵਾਸਤੇ ਪਾਪ ਹੈ। ਇਹਨੂੰ ਕਹਿੰਦੇ ਵਸੀਕਰਨ ਵਿਰਾਗ, ਕਿ ਕਰਦਿਆਂ ਕਰਦਿਆਂ ਰੁਕ ਗਿਆ, ਪਾਪ ਨਹੀਂ ਹੋਇਆ, ਪਾਪ ਤੋਂ ਰੁਕ ਗਿਆ। ਇਹ ਹੈ ਵਸੀਕਰਨ ਵਿਰਾਗ। ਅੱਗੋਂ ਫਿਰ ਵਿਰਾਗ ਦੇ ਤਿੰਨ ਭੇਦ ਹੁੰਦੇ ਨੇ। ਇੱਕ ਮੰਦ ਵਿਰਾਗ ਹੁੰਦਾ ਹੈ,
ਤੀਬਰ ਵਿਰਾਗ ਹੁੰਦਾ ਹੈ, ਤੀਬਰ ਤਰ ਵਿਰਾਗ ਹੁੰਦਾ ਹੈ। ਮੰਦ ਵਿਰਾਗ ਦਾ ਜਿਵੇਂ ਪਹਿਲਾਂ ਆਪ ਜੀ ਨੇ ਸਰਵਣ ਕੀਤਾ ਹੈ ਕਿ ਮੰਦ ਵਿਰਾਗ ਕਿ ਸੰਨਿਆਸੀ ਹੋ ਜਾਣਾ, ਸਿਰ ਮੂੰਹ ਬਣਾ ਕੇ ਸੰਨਿਆਸੀ ਬਣ ਜਾਣਾ, ਇਸਤਰੀ ਦੇ ਮਰ ਜਾਣ ਦੇ ਅਭਾਵ ਘਰੋਂ ਨਿਕਲ ਕੇ ਤੇ ਸਿਰ ਮੂੰਹ ਬਣਾ ਕੇ ਸੰਨਿਆਸੀ ਬਣ ਜਾਣਾ, ਇਹਨੂੰ ਕਹਿੰਦੇ ਮੰਦ ਵਿਰਾਗ। ਮੰਦ ਵਿਰਾਗ ਤੇ ਦੂਜਰਾ ਤੀਬਰ ਵਿਰਾਗ। ਤੀਬਰ ਵਿਰਾਗ ਹੁੰਦਾ ਹੈ ਅਸਮਿਤ ਜਨਮ, ਇਸ ਜਨਮ ਵਿੱਚ ਪੁੱਤਰ ਦੇ ਦਰਾਜ, ਇਸਤਰੀ ਆਦਿਕ ਵਿਸ਼ੇ ਮਤਾਂ ਨੂੰ ਪ੍ਰਾਪਤ ਹੋਣ, ਇਸ ਤਰ੍ਹਾਂ ਦੀ ਬੁੱਧੀ ਕਰਕੇ ਜੋ ਵਿਸ਼ਿਆਂ ਦਾ ਜਿਹਾਸਾ ਤਿਆਗ ਕਰਨਾ ਹੈ, ਇਸ ਦਾ ਨਾਮ ਤੀਬਰ ਵਿਰਾਗ ਹੈ। ਇੱਕ ਤੀਬਰ ਤਰ ਵਿਰਾਗ ਹੁੰਦਾ ਹੈ। ਬਿਰਤੀ ਬ੍ਰਹਮ ਲੁਭਾਲ ਪ੍ਰਯੰਤ ਮਾਸ, ਜਿਨ੍ਹਾਂ ਲੋਕਾਂ ਵਿੱਚ ਜਾ ਕੇ ਫਿਰ ਮੁੜ ਆਵੇ ਉਸ ਨੂੰ ਕਹਿੰਦੇ ਨੇ ਪੁਨਰਾਬਿਰਤੀ ਕਹਿੰਦੇ ਨੇ। ਇਉਂ ਸ਼ਿਵ ਲੋਕ, ਬ੍ਰਹਮ ਲੋਕ ਆਦਿਕ ਜਿਤਨੇ ਵੀ ਲੋਕ ਹਨ ਉਹ ਮੈਨੂੰ ਮਤਾ ਪ੍ਰਾਪਤ ਹੋਣ, ਜਿਹੀ ਇੱਛਾ ਕਰਕੇ ਜੋ ਵਿਸ਼ਿਆਂ ਦਾ ਵਿਰਾਗ ਤਿਆਗ ਹੈ, ਅਰਥਾਤ ਦੋਹਾਂ ਲੋਕਾਂ ਦੇ ਸੁੱਖ ਦੀ ਇੱਛਾ ਦਾ ਭਾਵ ਕਰਨਾ, ਇਸ ਨੂੰ ਤੀਬਰ ਤਰ ਵਿਰਾਗ ਕਹਿੰਦੇ ਨੇ। ਦੋਹਾਂ ਲੋਕਾਂ ਦੇ ਸੁੱਖ ਦੀ ਇੱਛਾ, ਜਿਵੇਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਮਹੇਸ਼ ਜੋਗੀ ਨੇ ਲੋਕਾਂ ਨੂੰ ਇਹ ਕਿਹਾ ਸੀ ਕਿ ਜਿਹੜਾ ਮੇਰੇ ਦਰਸ਼ਨ ਕਰੇਗਾ ਉਹਨੂੰ 2 ਸਾਲ ਲਈ ਸ਼ਿਵਪੁਰੀ ਦੇ ਵਿੱਚ ਸੁੱਖ ਮਿਲੇਗਾ, ਸ਼ਿਵਪੁਰੀ ਦੇ ਵਿੱਚ ਉਹਦਾ ਵਾਸਾ ਹੋਵੇਗਾ। ਇਹ ਹੈ ਤੀਬਰ ਤਰ ਵਿਰਾਗ, ਇੱਕ ਇੱਛਾ ਰੱਖਣੀ ਕਿ ਇੱਥੇ ਵੀ ਤੇ ਉੱਥੇ ਮੈਨੂੰ ਆਹ ਵਾਲਾ ਸੁੱਖ ਮਿਲੇ, ਕਿਸੇ ਦੇਵਤੇ ਦੇ ਇਸ ਪੁਰੀ ਦੇ ਵਿੱਚ ਸੁੱਖ ਮਿਲਣਾ, ਇਹਨੂੰ ਤੀਬਰ ਤਰ ਵਿਰਾਗ ਕਹਿੰਦੇ ਨੇ। ਇਹੀ ਕਾਰਨ ਹੈ ਦੁਨੀਆ ਦੇ ਲੋਕ ਇਸ ਪੁਰਸ਼ ਦੇ ਔਗਣ ਵੇਖ ਕੇ ਬੋਲ ਬੋਲਦੇ ਹਨ ਕਿ ਉੱਥੇ ਮਰੀਏ ਜਿੱਥੇ ਪਾਣੀ ਪੀਣਾ ਮਿਲੇ, ਇਹਨੂੰ ਉੱਥੇ ਮਾਰੀਏ ਜਿਹੜਾ ਮੰਦ ਪੁਰਸ਼ ਹੋਇਆ, ਮੰਦੇ ਕਰਮ ਕਰਨ ਵਾਲਾ ਜੀਵ ਨੂੰ ਕਹਿ ਦਿੰਦੇ ਨੇ ਉੱਥੇ ਮਾਰੋ ਜਿੱਥੇ ਪਾਣੀ ਵੀ ਨਾ ਮਿਲੇ। ਉਹ ਪਰਮਾਤਮਾ ਧਨ ਹੈ ਜਿਹੜਾ ਜੀਵ ਦੇ ਔਗਣਾਂ ਨੂੰ ਨਹੀਂ ਵੇਖਦਾ, ਔਗਣਾਂ ਨੂੰ ਨਹੀਂ ਵੇਖਦਾ। ਉਹ ਵੇਖਦਾ ਭਾਵੇਂ ਕਿੱਡਾ ਵੀ ਔਗਣੀ ਜੀਵ ਹੋਵੇ, ਉਹਨੂੰ ਵੀ ਅੰਨ ਜਲ ਪਾਣੀ ਸਭ ਕੁਝ ਪ੍ਰਾਪਤ ਹੁੰਦਾ ਹੈ। ਉਹ ਪਰਮੇਸ਼ਰ ਧਨ ਹੈ। ਮਹਾਰਾਜ ਕਹਿੰਦੇ ਪ੍ਰਭੂ ਦੇ ਮਿਲੇ ਬਿਨਾ ਜੋ ਦੁੱਖ ਹੋ ਰਿਹਾ ਹੈ ਉਹ ਮਹਾਰਾਜ ਕਹਿੰਦੇ ਕਿਵੇਂ ਹੈ। ਥਲ ਤਾਪੇ ਸਰ ਭਾਰ ਸਾ ਧਨ ਬਿਨੂ ਕਰੈ। ਇਹ ਪ੍ਰਭੂ ਆਪ ਜੀ ਦੇ ਵਿਜੋਗ ਰੂਪ ਅਗ ਕਰਕੇ ਮੈਂ ਦਾਸੀ ਦੰਤੇ ਕਰਮ ਰੂਪ ਅਸਥਾਨ ਭੱਟ ਦੇ ਸਦਰਸ਼ ਤਪ ਰਿਹਾ। ਮੇਰਾ ਹਿਰਦਾ ਜਿਹੜਾ ਨਾ ਇੱਕ ਭੱਠੇ ਦੀ ਤਰ੍ਹਾਂ ਤਪ ਰਿਹਾ ਹੈ। ਇਸ ਕਰਕੇ ਮੈਂ ਆਪ ਜੀ ਦੇ ਅੱਗੇ ਬਿਨੋਂ ਬੇਨਤੀ ਕਰਦੀ ਹਾਂ। ਜੀਵ ਰੂਪੀ ਇਸਤਰੀ ਬੇਨਤੀ ਕਰਦੀ ਹੈ ਪਰਮੇਸ਼ਰ ਦੇ ਚਰਨਾਂ 'ਚ ਕਿ ਜਿਵੇਂ ਸਤਿਗੁਰੂ ਜੀ ਦੀ ਬਾਣੀ ਦੇ ਕਹਿੰਦੇ ਨੇ ਕਿ ਜਿਸ ਹਿਰਦੇ ਵਿੱਚ ਨਾਮ ਨਹੀਂ ਹੁੰਦਾ ਉਹ ਇੱਕ ਭੱਠੇ ਦੀ ਤਰ੍ਹਾਂ ਸੜਦਾ ਹੈ ਜੀ। ਬਾਣੀ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਿ ਉਹ ਜੀਵ ਫਿਰ ਤਪਦਾ ਹੈ। ਜਿਵੇਂ ਮਹਾਰਾਜ ਜੀ ਨੇ 12ਵਾਂ ਮਾਝ ਰਾਗ ਦੇ ਵਿੱਚ ਇਹ ਬਚਨ ਕੀਤਾ, ਸਾੜ ਤਪੰਦਾ ਤਿਸ ਲੱਗੇ ਹਰ ਨਾਮ ਮੈਂ ਜਿੰਨਾ ਪਾਸ, ਕਿ ਅਸਾੜ ਤਪੰਦਾ ਉਹਨਾਂ ਨੂੰ ਇਹ ਤਪਦਾ ਹੈ ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਨਹੀਂ। ਤੇ ਜੀਵ ਰੂਪੀ ਇਸਤਰੀ ਬੇਨਤੀ ਕਰਦੀ ਹੈ ਕਿ ਹੇ ਪਰਮੇਸ਼ਰ ਆਪ ਜੀ ਦੇ ਨਾਮ ਤੋਂ ਬਿਨਾ ਮੇਰਾ ਹਿਰਦਾ ਸੜ ਰਿਹਾ ਹੈ। ਤੇ ਫਿਰ ਬੇਨਤੀ ਕੀ ਕੀਤੀ, ਧਨ ਬਿਨੋ ਕਰੇਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾ।
ਤੇ ਮੈਂ ਜੀਵ ਰੂਪ ਇਸਤਰੀ ਕਹਿੰਦੀ ਆਪ ਜੀ ਦੇ ਅੱਗੇ ਬੇਨਤੀ ਕਰਦੀ ਹਾਂ ਕਿ ਮਨ ਕਰਕੇ ਗੁਣਾਂ ਨੂੰ ਸੰਭਾਲਦੀ ਹਾਂ, ਕਿਉਂਕਿ ਆਪ ਜੀ ਦੇ ਗੁਣਾਂ ਨੂੰ ਸਾਰੀ ਸੰਭਾਲਾਂਗੀ ਤਾਂ ਹੀ ਪ੍ਰਭੂ ਆਪ ਜੀ ਨੂੰ ਭਾਵਾਂਗੀ। ਤੇ ਇਹ ਗੱਲ ਸੁਣ ਕੇ ਫਿਰ ਪਰਮੇਸ਼ਰ ਅੱਗੋਂ ਮਹਾਰਾਜ ਜੀ ਸਵਾਲ ਜਵਾਬ ਕਰਾਉਂਦੇ ਨੇ, ਜਦ ਤੂੰ ਗੁਣਾਂ ਨੂੰ ਸੰਭਾਲ ਲਿਆ ਤਾਂ ਤੇਰੀ ਭਗਤੀ ਸਿੱਧ ਹੋ ਗਈ, ਫਿਰ ਕਿਸ ਗੱਲ ਦੀ ਕਸਰ ਹੈ, ਫਿਰ ਕੋਈ ਕਸਰ ਰਹਿ ਹੀ ਨਹੀਂ ਗਈ। ਤਾਂ ਜਗਿਆਸੂ ਰੂਪ ਇਸਤਰੀ ਨੇ ਫਿਰ ਅੱਗੋਂ ਬੇਨਤੀ ਕੀਤੀ, ਸਾਚੇ ਮਹਿਲ ਰਹਿ ਬੈਰਾਗੀ ਆਵਨ ਦੇਹ ਤਾਂ ਆਵਾ, ਇਹ ਪੂਰਨ ਵਿਰਾਗੀ ਵਿਰਾਗਮਾਨ ਨਿਰਲੇ ਪਰਮਾਤਮਾ ਸੱਚੇ ਮਹਿਲ ਸਰੂਪ ਸਤ ਸੰਗ ਵਿੱਚ ਰਹਿਣ ਵਾਲੇ, ਇਹ ਘਰ ਦੇ ਸਮੂਹ ਵਿਗਨ ਭਾਵ ਘਰ ਦੇ ਧੰਦੇ ਕਾਮ ਆਦਿਕਾਂ ਦੁਸ਼ਮਣ ਆਉਣ ਦੇਣ ਤਾਂ ਮੈਂ ਆਪ ਜੀ ਦੇ ਤਰਫ ਆਵਾਂ, ਪਰ ਇਹ ਮੈਨੂੰ ਆਉਣ ਹੀ ਨਹੀਂ ਦਿੰਦੇ। ਸਾਚੇ ਮਹਿਲ ਰਹੇ ਬੈਰਾਗੀ ਆਮਨ ਦੇਹ ਤਾਂ ਆਵਾਂ, ਮੈਨੂੰ ਵਕਾਰ ਤੇਰੇ ਕੋਲ ਆਉਣ ਨਹੀਂ ਦਿੰਦੇ, ਵਿਸ਼ੇ ਵਕਾਰ ਤੇਰੇ ਕੋਲ ਆਉਣ ਨਹੀਂ ਦਿੰਦੇ। ਮੇਰੇ ਕੰਮ ਘਰ ਦੇ ਜਿਹੜੇ ਕਾਰਜ ਨੇ ਧੰਦੇ ਨੇ ਕਾਮ ਆਦਿਕ ਵਿਸ਼ੇ ਵਕਾਰ ਉਹ ਤੇਰੇ ਕੋਲ ਆਉਣ ਨਹੀਂ ਦਿੰਦੇ। ਆਮਨ ਦੇਹ ਤਾਂ ਆਵਾਂ, ਜੇ ਮੈਨੂੰ ਇਹ ਤੇਰੇ ਕੋਲ ਆਉਣ ਦੇਣ ਤਾਂ ਹੀ ਮੈਂ ਆਵਾਂ ਨਾ। ਇਹ ਬੇਨਤੀ ਕਰਦੀ ਹੈ ਜੀਵ ਰੂਪ ਇਸਤਰੀ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁਖ ਮਹਿਲੀ। ਜਿਵੇਂ ਇੱਕ ਜੀਵ ਰੂਪ ਇਸਤਰੀ ਮਾਣ ਤਾਣ ਕਰਕੇ, ਇੱਕ ਜਿਵੇਂ ਪਤੀ ਬੰਦਾ ਇਸਤਰੀ ਆਪਣੇ ਪਤੀ ਦੇ ਅੱਗੇ ਮਾਣ ਤਾਣ ਕਰਕੇ ਇਹ ਗੱਲ ਕਹਿੰਦੀ ਹੈ ਕਿ ਪਤੀ ਤੋਂ ਬਿਨਾਂ ਕੋਈ ਮਾਨਤਾ ਨਹੀਂ ਹੁੰਦਾ, ਤਿਵੇਂ ਹੀ ਇੱਕ ਜੀਵ ਰੂਪ ਇਸਤਰੀ ਉਹ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਦੀ, ਮੈਂ ਆਪ ਜੀ ਕਰਕੇ ਨਿਮਾਣੀ ਹਾਂ, ਤਨ ਕਰਕੇ ਨਿਤਾਣੀ ਹਾਂ, ਹੋਏ ਨਿਮਾਣੀ ਢਹਿ ਪਵਾਂ। ਮਹਾਰਾਜ ਨਿਮਾਣੀ ਹੋ ਕੇ ਤੁਹਾਡੇ ਚਰਨਾਂ 'ਚ ਆਵਾਂ। ਆਪ ਜੀ ਤੋਂ ਬਿਨਾਂ ਮੇਰਾ ਕੋਈ ਨਹੀਂ ਹੈ, ਕਿਸ ਹੀ ਕੋਈ ਮਾਂਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗ ਚਿੱਤ ਨਾ ਆਵੇ। ਮਹਾਰਾਜ ਕਿਸੇ ਦਾ ਕੋਈ ਹੋਵੇਗਾ, ਕਿਸੇ ਨੂੰ ਕਿਸੇ ਨਾ ਕਿਸੇ ਦਾ ਕੋਈ ਸੁੱਖ ਹੋਵੇਗਾ, ਕੋਈ ਕਿਸੇ ਨਾ ਕਿਸੇ ਦਾ ਆਸਰਾ ਹੋਵੇਗਾ, ਪਰ ਪਰਮੇਸ਼ਰ ਮੇਰਾ ਤਾਂ ਕੋਈ ਆਸਰਾ ਹੀ ਨਹੀਂ। ਮੇਰਾ ਤਾਂ ਕੇਵਲ ਇੱਕ ਪਰਮੇਸ਼ਰ ਤੂੰ ਹੈ, ਕਿਸ ਹੀ ਕੋਈ। ਆਪ ਜੀ ਤੋਂ ਬਿਨਾਂ ਮੈਂ ਕਿਵੇਂ ਸੁੱਖਾਂ ਨੂੰ ਪਾਉਣਾ ਕਰਾਂ, ਆਪ ਜੀ ਤੋਂ ਬਿਨਾਂ ਸਰੂਪ ਸੁੱਖ ਨੂੰ ਕਿਵੇਂ ਪ੍ਰਾਪਤ ਹੋਵਾਂ। ਇਹ ਮਹਾਰਾਜ ਆਪ ਜੀ ਦੀ ਪ੍ਰਾਪਤੀ ਰੂਪ ਸੁੱਖ ਨੂੰ ਮੈਂ ਕਿਵੇਂ ਪਾਉਣਾ ਕਰਾਂ, ਮੈਨੂੰ ਇਹ ਮੇਰੇ ਤੇ ਕਿਰਪਾ ਕਰੋ। ਤੇ ਇਸ ਪਾਵਨ ਪਵਿੱਤਰ ਪਦੇ ਦੀ ਖੀਰਲੀ ਪੰਕਤੀ ਹੈ, ਨਾਨਕ ਜੇਠ ਜਾਣੇ ਦਿਸ ਜੈਸੀ ਕਰਮ ਮਿਲੈ ਗੁਣ ਗਹਿਲੀ। ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਖੀਰਲੀ ਪੰਕਤੀ ਦੇ ਵਿੱਚ ਕਿਰਪਾ ਕਰਦੇ ਨੇ ਕਿ ਜਿਹੜੀ ਜਗਿਆਸੂ ਰੂਪ ਇਸਤਰੀ ਤੀਬਰ ਵਿਰਾਗ ਧਾਰ ਕੇ ਉਸ ਪਰਮਾਤਮਾ ਨੂੰ ਜਾਣਦੀ ਹੈ, ਉਹ ਪਰਮਾਤਮਾ ਜੈਸੀ ਵਰਗੀ ਹੀ ਹੋ ਜਾਂਦੀ ਹੈ। ਹਰ ਹਰ ਜਨ ਤੁਈ ਏਕ ਹੈ, ਵਿਵਿਚਾਰ ਕਛ ਨਾਹਿ। ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੇ ਸਮਾਏ। ਜਿਵੇਂ ਜਲ ਦੇ ਵਿੱਚ ਜਲ ਮਿਲ ਜਾਵੇ ਇੱਕ ਹੋ ਜਾਂਦਾ, ਬੂੰਦ ਸਾਗਰ ਵਿੱਚ ਮਿਲ ਗਈ ਸਾਗਰ ਦਾ ਰੂਪ ਹੋ ਗਈ। ਤੇ ਜਿਹੜੀ ਜੀਵ ਰੂਪੀ ਇਸਤਰੀ ਪਰਮੇਸ਼ਰ ਦੇ ਚਰਨਾਂ ਨਾਲ ਮਿਲ ਗਈ, ਉਹ ਵੀ ਪਰਮੇਸ਼ਰ ਦਾ ਰੂਪ ਹੋ ਗਈ, ਪਰਮੇਸ਼ਰ ਵਰਗੀ ਹੀ ਹੋ ਗਈ। ਜਿਵੇਂ ਭਇਓ ਕਬੀਰ, ਜਿਸ ਦਿਨ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦਾ ਰੂਪ ਹੋ ਗਏ। ਤੇ ਕਬੀਰ ਸਾਹਿਬ ਕਹਿੰਦੇ ਫਿਰ ਉਹ ਪਰਮੇਸ਼ਰ ਨੂੰ ਹੁਣ ਮੈਨੂੰ ਲੱਭਣ ਦੀ ਲੋੜ ਨਹੀਂ ਪੈਂਦੀ, ਹੁਣ ਪਰਮੇਸ਼ਰ ਮੇਰੇ ਪਿੱਛੇ ਪਿੱਛੇ ਕਬੀਰ ਕਰਦਾ ਫਿਰਦਾ। ਗੱਲ ਤਾਂ ਹੈ ਇੱਕ ਹੋ ਜਾਣਦੀ। ਜਿਹੜੀ ਇਸਤਰੀ ਕਰਮ ਕਾਂਡ ਤੇ ਮਤ ਅਨੁਸਾਰ ਸ਼ਕਾਮ ਕਰਮਾਂ ਦੇ ਕਲਮ ਵਿੱਚ ਮਿਲੀ ਹੋਈ ਹੈ, ਉਸ ਨੂੰ ਤਿੰਨਾਂ ਗੁਣਾਂ ਨੇ ਗਹਿਲੀ ਗ੍ਰਸ ਲਿਆ ਹੈ, ਤਿੰਨਾਂ ਗੁਣਾਂ ਕਰਕੇ ਗ੍ਰਸੀ ਗਈ ਹੈ।
ਉਹੀ ਜੰਮਦੀ ਮਰਦੀ ਹੈ, ਕਿਉਂਕਿ ਸ਼ਸਤਰਾਂ ਦਾ ਨਿਯਮ ਹੈ ਕਰਮਾਂ ਦੇ ਕਰਨ ਨਾਲ ਸਰੀਰ ਰੂਪ ਕੱਪੜੇ ਦੀ ਪ੍ਰਾਪਤੀ ਹੁੰਦੀ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਕਰਮਾਂ ਕਰਕੇ ਸਰੀਰ ਮਿਲਦਾ। ਕਿਉਂਕਿ ਜੀਵ ਜਦੋਂ ਕਰਮ ਕਰਦਾ ਹੈ, ਜਿਵੇਂ ਹੁਣ ਆਪਾਂ ਚੰਗੇ ਕਰਮ ਕਰਾਂਗੇ, ਬਾਣੀ ਪੜ੍ਹਦੇ ਹਾਂ ਤੇ ਸਿਮਰਨ ਕਰਾਂਗੇ ਤੇ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਤੇ ਜੇ ਜੀਵ ਇੱਦਾਂ ਹੀ ਜਿਵੇਂ ਜਨਮ ਹੋਇਆ ਇੱਦਾਂ ਹੀ ਫਿਰ ਸੰਸਾਰ ਤੋਂ ਤੁਰ ਗਿਆ, ਫਿਰ 84 ਦਾ ਗੇੜ ਪ੍ਰਾਪਤ ਹੋ ਜਾਣਾ, ਫਿਰ ਉਹ ਜੂਨੀਆਂ ਪ੍ਰਾਪਤ ਹੋ ਜਾਣੀਆਂ। ਇਹ ਕਰਮਾਂ ਕਰਕੇ ਹੈ। ਤੇ ਮਹਾਰਾਜ ਕਹਿੰਦੇ ਜਿਹੜੀ ਜਿਗਿਆਸੂ ਰੂਪ ਇਸਤਰੀਆਂ ਜੋ ਸਾਰਿਆਂ ਤੋਂ ਵੱਡੇ ਪਰਮੇਸ਼ਰ, ਜੇਠ ਦਾ ਭਾਵ ਜੇਠ ਦਾ ਕਿ ਵੱਡਾ, ਉਹ ਪਰਮੇਸ਼ਰ ਜਿਹੜਾ ਸਭ ਤੋਂ ਵੱਡਾ ਹੈ, ਉਸ ਪ੍ਰਭੂ ਨੂੰ ਜਾਣਦੀ ਹੈ, ਉਸ ਪ੍ਰਭੂ ਜੈਸੀ ਹੋ ਗਈ ਹੈ। ਜਿਹੜੀ ਜੀਵ ਰੂਪੀ ਇਸਤਰੀ ਕਰਮ ਮਿਲੈ ਨਿਸ਼ਕਾਮ ਕਰਮਾਂ ਕਰਕੇ ਪਰਮੇਸ਼ਰ ਦਾ ਨਾਮ ਜਪਦੀ ਹੈ, ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਤੇ ਉਸ ਦੀ ਪ੍ਰਭੂ ਦੀ ਕਿਰਪਾ ਦਾ ਫਲ ਗੁਰੂ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ। ਤੇ ਗੁਰਾਂ ਦੀ ਸੇਵਾ ਟਹਿਲ ਕੀਤੀ ਤਾਂ ਫਿਰ ਗੁਰੂ ਕਿਰਪਾ ਨਾਲ ਸ਼ਬਦ ਦੀ ਪ੍ਰਾਪਤੀ ਹੋਈ। ਟਹਿਲ ਸੇਵਾ, ਗੁਰੂ ਦੀ ਇੱਥੇ ਸੇਵਾ ਕਰਨੀ, ਟਹਿਲ ਸੇਵਾ ਕਰਨੀ ਭਾਵ ਗੁਰੂ ਦੇ ਚਰਨਾਂ ਜਾਣ ਕੇ ਟਹਿਲ ਸੇਵਾ ਕਮਾਉਣੀ। ਫਿਰ ਗੁਰੂ ਸ਼ਬਦ ਦੀ ਪ੍ਰਾਪਤੀ ਕਰਾਉਂਦਾ, ਸ਼ਬਦ ਮਿਲਦਾ ਹੈ। ਫਿਰ ਸ਼ਬਦ ਦੀ ਪ੍ਰਾਪਤੀ ਤੋਂ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਹੈ। ਤੇ ਜਦੋਂ ਮਿਲਾਪ ਹੁੰਦਾ ਹੈ ਫਿਰ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹਿ। ਜਿਉ ਜਲ ਮੈਂ ਜਲ ਆਏ ਘਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਦ ਕੁਰਬਾਨ। ਆਹ ਫਿਰ ਅਵਸਥਾ ਬਣ ਜਾਂਦੀ ਹੈ। ਜਿਉ ਜਲ ਮੈਂ ਜਲ ਆਏ ਘਟਾਨਾ, ਜਲ ਦੇ ਵਿੱਚ ਜਲ ਮਿਲ ਜਾਵੇ। ਇਸੇ ਤਰ੍ਹਾਂ ਜਿਹੜੀ ਜੀਵ ਰੂਪੀ ਇਸਤਰੀ ਪਰਮੇਸ਼ਰ ਦੇ ਚਰਨਾਂ ਨਾਲ ਮਿਲ ਜਾਂਦੀ ਹੈ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਉਹ ਜੀਵ ਰੂਪੀ ਇਸਤਰੀ ਪਰਮੇਸ਼ਰ ਦੇ ਨਾਮ ਕਰਕੇ ਜਦੋਂ ਸੁਰਤ ਸ਼ਬਦ ਨਾਲ ਮਿਲ ਜਾਂਦੀ ਹੈ, ਉਹਦਾ ਫਿਰ ਮਿਲਾਪ ਹੁੰਦਾ ਹੈ। ਇਸ ਪਾਵਨ ਬਾਣੀ ਦੇ ਵਿੱਚ ਮਹਾਰਾਜ ਨੇ ਜਿਤਨੀ ਵੀ ਬਾਣੀ ਤੁਖਾਰੀ ਰਾਗ ਦੇ 12ਵਾਂ ਦੀ ਬਾਣੀ ਉਚਾਰਨ ਕੀਤੀ ਹੈ, ਮਹਾਰਾਜ ਸਾਰੀ ਬਾਣੀ ਦੇ ਪਰਮੇਸ਼ਰ ਦੇ ਮਿਲਾਪ ਦੀ ਗੱਲ ਕਰਦੇ ਨੇ ਕਿ ਉਸ ਦਾ ਮਿਲਾਪ ਕਿਵੇਂ ਹੋਵੇ। ਸਤਿਗੁਰੂ ਕਿਰਪਾ ਕਰਨ। ਸੋ ਆਓ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਕੱਲ੍ਹ ਨੂੰ ਅੱਗੋਂ 8ਵਾਂ ਪਦ ਆਰੰਭ ਹੋਣਾ ਹੈ। ਭਾਵੇਂ ਦਾਸ ਮਾਫੀ ਚਾਹੁੰਦਾ ਹੈ, ਭਾਵੇਂ ਇਹਨਾਂ 2 ਪਦਿਆਂ ਦੀ ਕੱਲ੍ਹ ਕਥਾ ਹੋ ਚੁੱਕੀ ਸੀ, ਪਰ ਕੱਲ੍ਹ ਕਥਾ ਜੋ ਫੋਨ 'ਤੇ ਲਾਈਵ ਹੁੰਦੀ ਹੈ, ਗੁਰਮਤਿ ਪ੍ਰਚਾਰ ਕੇਂਦਰ ਜੋ ਪੇਜ 'ਤੇ ਬੇਅੰਤ ਸੰਗਤਾਂ ਇਸ ਕਥਾ ਨੂੰ ਸਰਵਣ ਕਰਦੀਆਂ ਨੇ। ਸੋ ਕੱਲ੍ਹ ਨਾ ਹੋਣ ਕਰਕੇ ਕਾਫੀ ਫੋਨ ਆਏ ਤੇ ਇਸ ਕਰਕੇ ਅੱਜ ਫਿਰ ਉਹ ਜਿਹੜੀ ਪਰਸੋਂ ਜਿੱਥੋਂ ਸਮਾਪਤ ਹੋਇਆ ਸੀ ਉੱਥੋਂ ਫਿਰ ਆਰੰਭ ਹੋਈ ਹੈ। ਸੋ ਕਿਉਂਕਿ ਜਿਹੜੀਆਂ ਸੰਗਤਾਂ ਨਿਤਾ ਪ੍ਰਤੀ ਸਰਵਣ ਕਰ ਰਹੀਆਂ ਨੇ ਉਹ ਫਿਰ ਅੱਗੋਂ ਲੜੀ ਉਸੇ ਤਰ੍ਹਾਂ ਜੁੜੀ ਰਹੇ। ਇਸ ਕਰਕੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਕੱਲ੍ਹ ਨੂੰ ਜਿਹੜਾ ਹੁਣ ਮਹੀਨਾ ਚੱਲ ਰਿਹਾ ਅਸਾੜ ਤਪੰਦਾ, ਇਸ ਮਹੀਨੇ ਦੇ ਅੱਗੋਂ ਪਦ ਆਰੰਭ ਹੋਣਾ ਹੈ। ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਆਪ ਸਾਰੀਆਂ ਸੰਗਤਾਂ ਸੀਸ ਬਖਸ਼ੋ ਕਿ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੱਤ ਸਮੱਤ ਬਖਸ਼ ਕੇ ਆਪ ਜੀ ਦੇ ਚਰਨਾਂ ਵਿੱਚ ਜੋੜ ਲੈਣ। ਕਥਾ ਕਰਨ ਦਾ ਬਲ ਬਖਸ਼ਣ, ਆਪ ਸੰਗਤਾਂ ਨੂੰ ਸਰਵਣ ਕਰਨ ਦਾ ਬਲ ਬਖਸ਼ਣ। ਕਿਉਂਕਿ ਆਪੇ ਸੰਗਤ ਸਾਧ ਬਹਾਲੇ, ਆਪੇ ਵਿਦਾ ਕਰਾਵੇ, ਆਪ ਹੀ ਉਹ ਬਿਠਾਉਣ ਵਾਲਾ ਹੈ, ਆਪ ਹੀ ਕਥਾ ਕਰਾਉਣ ਵਾਲਾ ਹੈ, ਆਪ ਹੀ ਸੁਣਨ ਵਾਲਾ ਹੈ, ਆਪੇ ਹੀ ਸਾਰਾ ਸਭ ਕੁਛ ਆਪ ਹੀ ਵਰਤ ਰਿਹਾ ਹੈ। ਕਰਨ ਵਾਲਿਆਂ ਵਿੱਚ ਵੀ ਉਹੀ ਬੈਠਾ, ਸੁਣਨ ਵਾਲਿਆਂ ਵਿੱਚ ਵੀ ਉਹੀ ਬੈਠਾ। ਜਿਉਂ ਬੁਲਾਵੇ ਤਿਉਂ ਬੋਲਾਂ, ਕੁਦਰਤ ਕਵਨ ਹਮਾਰੀ। ਜਿਵੇਂ ਪਰਮੇਸ਼ਰ ਸਤਿਗੁਰੂ ਕਿਰਪਾ ਕਰਦੇ ਹਨ। ਸੋ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਬੇਅੰਤ ਹੋਈਆਂ ਭੁੱਲਾਂ ਦੀ ਸਾਰੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਸਤਿਗੁਰੂ ਕਿਰਪਾ ਕਰਨ। ਆਓ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।